ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਔਰ ਧੰਨਵਾਦੀ ਹਾਂ ਕਿ ਤੁਸੀਂ ਅੱਜ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਐਂਡ ਧੰਨਵਾਦੀ ਇਸ ਕਰਕੇ ਵੀ ਹੈ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤੁਸੀਂ ਆਪਦਾ ਬਹੁਤ ਵੱਡਾ ਯੋਗਦਾਨ ਸਾਡੇ ਮਹਿਕਮੇ ਦੀਆਂ ਜਿਹੜੀਆਂ ਕੰਮ ਸੀ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ। ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ। ਨਾਲ ਹੀ ਨਾਲ ਮੈਂ ਅੱਜ ਮੈਨੂੰ 22ਵਾਂ ਦਿਨ ਹੈ ਮਿਨਿਸਟਰ ਬਣਿਆ, ਸੋ ਮੈਂ ਮਹਿਸੂਸ ਕਰਦਾ ਹਾਂ ਕਿ ਮੇਰਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਨੂੰ ਚੁਣ ਕੇ ਇੱਥੋਂ ਤੱਕ ਭੇਜਿਆ ਔਰ ਟਰਾਂਸਪੋਰਟ ਮੰਤਰੀ ਬਣਾਇਆ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਆਪਦਾ ਰਿਪੋਰਟ ਕਾਰਡ ਪੇਸ਼ ਕਰੀਏ। ਸੋ ਮੈਂ ਆਪਦੇ ਫਰਜ਼ਾਂ ਦੀ ਪੂਰਤੀ ਕਰਦਾ ਹੋਇਆ 21 ਦਿਨਾਂ ਦਾ, ਕਿਉਂਕਿ ਅੱਜ 22ਵਾਂ ਦਿਨ ਹੈ, 21 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰ ਰਹੇ ਹਾਂ ਜਦੋਂ ਤੋਂ ਮੈਨੂੰ ਇਹ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ ਕਿ ਅਸੀਂ ਇਹਦੇ ਵਿੱਚ ਕੀ ਪ੍ਰਾਪਤੀਆਂ ਕੀਤੀਆਂ 21 ਦਿਨਾਂ ਦੇ ਅੰਦਰ, ਕੀ ਸਾਡੀ ਕਾਰਗੁਜ਼ਾਰੀ ਰਹੀ, ਕੀ ਸਾਡੇ ਕੰਮ ਰਹੇ, ਉਹਦਾ ਰਿਪੋਰਟ ਕਾਰਡ ਤੁਹਾਨੂੰ ਅੱਜ ਪੇਸ਼ ਕਰਨ ਜਾ ਰਿਹਾ। ਪਰ ਮੈਂ ਆਪਦੀਆਂ ਰਿਪੋਰਟ ਕਾਰਡ ਪੇਸ਼ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਇਤਿਹਾਸ ਬਾਰੇ ਚਾਨਣਾ ਪਾਉਣਾ ਚਾਹੁੰਦਾ ਕਿ ਸ਼ਾਇਦ ਮੈਨੂੰ ਰਿਪੋਰਟ ਕਾਰਡ ਪੇਸ਼ ਕਰਨ ਦੀ ਜਾਂ ਕੰਮ ਕਰਨ ਦੀ ਅੱਜ ਜ਼ਰੂਰਤ ਨਾ ਹੁੰਦੀ। ਸੋ ਇਸ ਕਰਕੇ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂਗਾ। ਅੱਜ ਤੋਂ 15-20 ਵਰੇ ਪਹਿਲਾਂ, ਅੱਜ ਮੇਰੀ ਉਮਰ 42 ਸਾਲ ਦੀ ਹੈ, ਤੇ ਜਦੋਂ 20 ਵਰੇ ਪਹਿਲਾਂ ਲੋਕ ਸਿਆਸੀ ਲੋਕਾਂ ਬਾਰੇ ਗੱਲ ਕਰਦੇ ਸੀ ਜਾਂ ਸਿਆਸੀ ਸਮੀਕਰਨ ਬਾਰੇ ਗੱਲ ਕਰਦੇ ਸੀ, ਉਦੋਂ ਮੇਰੇ ਤੇ ਤੁਹਾਡੇ ਕੰਨਾਂ ਦੇ ਵਿੱਚ ਕਦੇ ਗੂੰਜ ਸੁਣਾਈ ਨਹੀਂ ਦਿੱਤੀ ਜਾਂ ਆਵਾਜ਼ ਸੁਣਾਈ ਨਹੀਂ ਦਿੱਤੀ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਮਾਫੀਆ ਨਾਮ ਦਾ ਜਿਹੜਾ ਸ਼ਬਦ ਸੀਗਾ ਉਹ ਪੰਜਾਬ ਦੇ ਲੋਕਾਂ ਨੂੰ ਕਦੇ ਸੁਣਨ ਨੂੰ ਨਹੀਂ ਮਿਲਿਆ ਸੀ। ਅੱਜ ਤੋਂ 15-20 ਵਰੇ ਪਹਿਲਾਂ ਇਹ ਤਾਂ ਹੁੰਦਾ ਸੀ ਕਿ ਛੋਟੇ-ਮੋਟੇ ਇਲਜ਼ਾਮਾਤ ਲੱਗਦੇ ਰਹੇ ਲੇਕਿਨ ਸਰਕਾਰਾਂ ਤੇ, ਲੇਕਿਨ ਮਾਫੀਆ ਬਾਰੇ ਕਦੇ ਕਿਸੇ ਨੇ ਟਿੱਪਣੀ ਜਾਂ ਗੱਲ ਨਹੀਂ ਕੀਤੀ ਸੀ। ਔਰ ਪਿਛਲੇ 15-20 ਸਾਲਾਂ ਦੇ ਵਿੱਚ ਇੱਕ ਮਾਫੀਆ ਦਾ ਜਨਮ ਹੋਇਆ, ਕਈ ਪ੍ਰਕਾਰ ਦੇ ਮਾਫੀਆ ਪੈਦਾ ਹੋ ਗਏ, ਕਈ ਪ੍ਰਕਾਰ ਦੇ ਮਾਫੀਆ ਨੇ ਜਨਮ ਲੈ ਲਿਆ। ਰੇਤ ਮਾਫੀਆ, ਕੇਬਲ ਮਾਫੀਆ, ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ ਜਿਹਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਔਰ ਜਿਹੜਾ ਸਿੱਧਾ ਜੇ ਟਰਾਂਸਪੋਰਟ ਮਾਫੀਆ ਦੀ ਗੱਲ ਕਰੀਏ, ਵੈਸੇ ਤਾਂ तमाम ਮਾਫੀਆ ਦਾ ਇਹ ਜਨਮ ਜਿਹੜਾ ਸੀ ਇਹਦੇ ਜਿਹੜੇ ਬਾਨੀ ਸੀ, ਇਹਦੇ ਜਨਮ ਦਾਤਾ ਸਨ, ਉਹ ਜੀਜਾ ਸਾਲਾ ਸਨ, ਯਾਨੀ ਕਿ ਮੇਰੇ ਕਹਿਣ ਤੋਂ ਭਾਵ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ। ਸਰਕਾਰ ਪਹਿਲਾਂ ਵੀ, ਤੁਸੀਂ ਇਹ ਸਮਝੋਗੇ ਕਿ ਸ਼ਾਇਦ ਮੈਂ ਵਿਰੋਧੀ ਹੋਣ ਦੇ ਨਾਤੇ ਕਿਸੇ ਤੇ ਦੋਸ਼ ਲਾ ਰਿਹਾ, ਸਰਕਾਰ ਪਹਿਲਾਂ ਵੀ ਅਕਾਲੀ ਦਲ ਦੀ ਬਣਦੀ ਰਹੀ ਲੇਕਿਨ ਉਹਦੇ ਚ ਮਾਫੀਆ ਨਹੀਂ ਪੈਦਾ ਹੋਏ ਅੱਜ ਤੋਂ 20 ਸਾਲ ਪਹਿਲਾਂ। ਪਰ ਜਦੋਂ ਤੋਂ ਜੀਜਾ ਸਾਲੇ ਨੇ ਵਾਗਡੋਰ ਸੰਭਾਲੀ ਉਦੋਂ ਤੋਂ ਫਿਰ ਇਹ ਮਾਫੀਆ ਨੇ ਜਨਮ ਲੈ ਲਿਆ। ਤੇ ਜਦੋਂ ਮੈਂ ਟਰਾਂਸਪੋਰਟ ਦੀ ਗੱਲ ਕਰਾਂ ਤਾਂ ਸਿੱਧਾ ਬਾਕੀ ਤਾਂ ਸਾਰੇ ਮਾਫੀਆ ਸਿੱਧੇ ਜਾਂ ਸਿੱਧੇ ਤੌਰ ਤੇ, ਆਈਦਰ ਇਫ ਆਈ ਟਾਕ ਅਬਾਊਟ ਡਰੱਗਸ, ਇਫ ਆਈ ਟਾਕ ਅਬਾਊਟ ਰੇਤਾ, ਉਹ ਸਾਰੇ ਕੇਬਲ, ਉਹ ਸਾਰੇ ਇਹਨਾਂ ਨਾਲ ਜੁੜੇ ਹੋਏ, ਇਹਨਾਂ ਨਾਲ ਜਾਂ ਇਹਨਾਂ ਬੰਦਿਆਂ ਨਾਲ। ਲੇਕਿਨ ਟਰਾਂਸਪੋਰਟ ਨਹੀਂ, ਮੈਂ ਸਮਝਦਾ ਕਿ ਬਾਦਲ ਪਰਿਵਾਰ ਰਿਹਾ, ਉਹਨਾਂ ਦਾ ਨਾਂ ਹੈ, ਉਹਨਾਂ ਦੀਆਂ ਟਰਾਂਸਪੋਰਟਸ ਹੈ, ਉਹਨਾਂ ਦੀਆਂ ਕੰਪਨੀਆਂ ਹੈ। ਅੱਜ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਨਾ ਕੇਵਲ ਇੱਕ ਕੰਪਨੀ ਨਹੀਂ ਹੈ, ਲੋਕਾਂ ਨੂੰ ਪਤਾ ਹੈ ਕਿ ਇੱਕ ਆਰਬਿਟ ਕੰਪਨੀ ਹੈ, ਲੋਕਾਂ ਨੂੰ ਪਤਾ ਹੈ ਕਿ ਇੱਕ ਡੱਬ ਵਾਲੀ ਟਰਾਂਸਪੋਰਟ ਹੈ, ਲੇਕਿਨ ਲੋਕਾਂ ਨੂੰ ਹੋਰ ਕੰਪਨੀਆਂ ਦੇ ਬਾਰੇ ਜਾਣਕਾਰੀ ਨਹੀਂ। ਇੱਕ ਤਾਜ ਟਰਾਂਸਪੋਰਟ ਹੈ, ਇੱਕ ਸਵਾਗਤਮ ਟਰਾਂਸਪੋਰਟ ਹੈ, ਸਵਾਗਤਮ ਕਿਸੇ ਨੂੰ ਨਹੀਂ ਪਤਾ। ਇੱਕ ਰਾਜਧਾਨੀ ਟਰਾਂਸਪੋਰਟ ਹੈ, एक जिंग कोई ट्रांसपोर्ट है,
सो इस एक इंडो कनेडियन ट्रांसपोर्ट है। सो वख-वख नामां ते मेरे उन्हां सज्जना ने जिन्हां नूं पंजाब नूं जिन्हां ने लुटिया ये माफिया चलाया। पर इत्थे मैं ना केवल ये गल करांगा, मैं अपनी सरकार जिहड़ी कैप्टन अमरिंदर सिंह दी सरकार सी 4.5 साल, मैनूं 4.5 साल दी जिहड़ी कारगुजारी दे संबंध विच भी मैं पश्चाताप करना चाहुंदा। मैं पंजाब दे लोगां तो, पंजाब दी जनता तो जिन्हां ने सानूं इत्थे चुन के भेजिया सी उन्हां तों माफी मंगना चाहुंदा। मैनूं पश्चाताप है कि असीं 4.5 साल जो लोगों नाल वादे कीते सन असीं सरकार बन तो पहला, वो कई वादे कई चीज़ां असीं पूरियां नहीं कर सके। अज कल परसों मैनूं कोई प्रेस वाले सवाल कर रहे सन कि कैप्टन अमरिंदर सिंह महसूस कर रहे हैं कि उन्होंने बेइज्जत करके लाया गया। ये बिल्कुल गलत गल है। वो कहते कि कैप्टन अमरिंदर सिंह ने 84 की गल की, उन्होंने अस्तीफा दिता, उन्होंने पानियां की गल की, बिल्कुल ठीक है की। और अगर पानियां की गल की, 84 की गल की, तो पंजाब के लोगों ने, तो कांग्रेस पार्टी ने उन्होंने मुख्यमंत्री बनाया। और 9.5 साल इतिहास के विच पंजाब का मुख्यमंत्री होर कोई नहीं रहा कांग्रेस पार्टी के विच, केवल कैप्टन अमरिंदर सिंह रहे। लेकिन इस बारी जिहड़ा मैंडेट मिलिया सीगा, ये तमाम जिहड़े वादे माफिया खत्म करने के वादे ये कैप्टन अमरिंदर सिंह ने कीते सी, जिहदे विच असीं भी MLA सन, ये उन्होंने कीते सी। सो मैं समझदा कि वो जिहड़ा गुप्त समझौता सीगा, मैं इत्थे ये गल कहांगा कि कैप्टन अमरिंदर सिंह पंजाब दे CM ना होण, वो एक कॉम्प्रोमाइज चीफ मिनिस्टर बन गए। कॉम्प्रोमाइज चीफ मिनिस्टर कि उन्होंने तमाम उन्होंने लोगों नाल कॉम्प्रोमाइज कर लिया जिन्हों ने यह माफिया जिन्हों के राज च आया, बीजेपी अकाली दल का अलायंस, उन्होंने राज दे विच माफिया पैदा होया ते साडे चीफ मिनिस्टर साहब ने उन्होंने नाल कॉम्प्रोमाइज कर लिया। सिस्टम नूं अपाहज बना दिता गया, सिस्टम नूं अपाहज बना दिता गया। इस जिहड़ियां सारियां अज प्राप्तियां तुहानूं गिनावांगा ट्रांसपोर्ट महकमे दियां, ये 4 साल 4.5 साल पहला भी हो सकदियां सन। इसे करके मैं अमरिंदर सिंह नूं कॉम्प्रोमाइज चीफ मिनिस्टर का नाम दिता है। जिवें कि कई बारी वो कहते बस दे विच लिखिया हुंदा है, बस दे विच कि सावधानी हटी ते दुर्घटना घटी। तो सर्कस लिखिया होना, तुसीं आम असीं छोटे हुंदे वेखदे सी, एक रस्सी ते चलदा है बंदा, तो बैलेंस बना के रखदा है, ਉਹਦੇ हथ च सोटी हुंदी है, तो बैलेंस बना के चल रहा हुंदा, ते जदों बैलेंस विगड़िया वो बंदा थले। सो ये बैलेंस उन्होंने विगाड़िया। जिहड़ा उतरान वाला काम है, पंजाब की जनता ये नहीं चाहती सी। पंजाब की जनता ये चाहती सी कि हुण कैप्टन अमरिंदर सिंह कॉम्प्रोमाइज चीफ मिनिस्टर बन चुके हैं, इन्हों जाना चाहिए है। ये किसी कांग्रेस ने या किसी होर व्यक्ति ने नहीं किया। और अज जिहड़ा गल्लां चल रही हैं पार्टी बनाउण दियां, जां ही इज टॉकिंग अबाउट कि असीं बीजेपी नाल अलायंस करांगे या फलां, ये सारा वो कॉम्प्रोमाइज का हिस्सा है, उस कॉम्प्रोमाइज का हिस्सा है। सो ये सारे वादे उदों होए, लेकिन चलो ये नाल मैं हुण आपदे कामाकारां दी गल करां। मैं तुहानूं ये दसना चाहुंदा है कि 21 दिनां च असीं टैक्स डिफॉल्टर अते गैर कानूनी परमिट विरुद्ध कार्रवाई की, ते टैक्स दा भुगतान ना करन, गैर कानूनी परमिट अते अधूरे होर कई कारणों के करके असी 258 बसां 258 बसेस नूं जब्त कर लिया गया, ते कई होरां दे चलान किए गए जिहड़ियां कि इंपाउंड कीतियां भी हैं। और वड्डी गल ये हुई कि विरोधी पार्टी के किसी भी आगू ने
ਇਹ ਦਾਵਾ ਨਹੀਂ ਕੀਤਾ ਕਿ ਇਹ ਗਲਤ ਹੋਇਆ। ਉਹਨਾਂ ਨੇ ਇਹ ਮੰਨਿਆ ਕਿ ਇਹ ਗਲਤੀਆਂ ਸਨ, ਅਸੀਂ ਟੈਕਸ ਪੇ ਨਹੀਂ ਕੀਤਾ, ਇਸ ਕਰਕੇ ਸਾਡੀਆਂ ਬੱਸਾਂ ਇੰਪਾਊਂਡ ਕੀਤੀਆਂ ਗਈਆਂ ਹਨ। ਔਰ ਇਹਦੇ ਨਾਲ ਸਰਕਾਰੀ ਖਜ਼ਾਨੇ ਵਿੱਚ 3.29 ਕਰੋੜ ਰੁਪਏ ਦਾ ਸਾਨੂੰ ਜਿਹੜਾ ਕਿ ਟੈਕਸ ਕਲੈਕਸ਼ਨ ਹੋਈ ਹੈ ਹੁਣ ਤੱਕ 3 ਕਰੋੜ 29 ਲੱਖ 29 ਲੱਖ ਟੈਕਸ ਜਮਾ ਹੋ ਚੁੱਕਾ, ਜਿਸ ਵਿੱਚ ਜ਼ਿਆਦਾ ਟੈਕਸ ਵੱਡੀਆਂ ਕੰਪਨੀਆਂ ਨੇ ਜਿਹੜਾ ਕਿ 25% ਜਿਹੜਾ ਸਾਨੂੰ ਦਿੱਤਾ। ਔਰ ਇਹ ਵੀ ਦੱਸਾਂਗਾ ਕਿ ਟੈਕਸ ਇਹਨਾਂ ਨੂੰ ਅਸੀਂ 1 ਸਾਲ ਦਾ ਟੈਕਸ, ਜਿੱਥੇ ਕਈ ਲੋਕ ਕਰੋਨਾ ਕਾਲ ਦੀ ਗੱਲ ਕਰਦੇ ਆ, ਅਸੀਂ ਇਹਨਾਂ ਨੂੰ 1 ਸਾਲ ਦਾ ਟੈਕਸ ਪਹਿਲਾਂ ਸਾਡੇ ਕੁਝ ਸਾਥੀਆਂ ਨੇ ਉਹ ਟੈਕਸ ਦੇ ਵਿੱਚ ਰਾਹਤ ਦਿੱਤੀ ਪੂਰੇ ਸਾਲ ਦਾ, ਮਗਰ ਕਿ 2020 ਦਾ ਮੁਕੰਮਲ ਟੈਕਸ ਇਟਸ ਅਪਰੋਕਸੀਮੇਟਲੀ ਅਬਾਊਟ 95 ਕਰੋੜ ਜਿਹੜਾ ਕਿ ਇਹਨਾਂ ਵੱਡੇ ਲੋਕਾਂ ਨੂੰ ਰਾਹਤ ਮਿਲ ਚੁੱਕੀ ਹੈ। ਤੇ ਮੇਰੇ ਆਉਣ ਤੋਂ ਪਹਿਲਾਂ ਮਿਲੀ ਹੈ। ਨਾਓ ਦੇ ਆਰ ਆਸਕਿੰਗ ਫॉर द ਨਿਊ ਰਾਹਤ ਨਵੀਂ ਇਸ ਸਾਲ ਵੀ, ਲੇਕਿਨ ਉਹਦੀ ਹਜੇ ਤਜਵੀਜ਼ ਬਣ ਰਹੀ ਹੈ, ਅਗਰ ਬਣੇਗੀ ਤਾਂ ਤੁਹਾਨੂੰ ਦੱਸਾਂਗੇ। ਸੋ ਸਭ ਤੋਂ ਵੱਡੀ ਤੇ ਅਹਿਮ ਗੱਲ 15 ਸਤੰਬਰ ਤੋਂ 30 ਸਤੰਬਰ ਤੱਕ ਸਾਡੇ ਕੋਲੇ ਪੀਆਰਟੀਸੀ ਔਰ ਪਨਬਸ ਦੀ ਜਿਹੜੀ ਬੁਕਿੰਗ ਸੀਗੀ 15 ਤੋਂ 30 ਯਾਨੀ ਕਿ 15 ਦਿਨ ਦੀ ਬੁਕਿੰਗ, ਆਈ ਐਮ ਟਾਕਿੰਗ ਅਬਾਊਟ 15 ਡੇਜ਼, ਉਹ 46.28 ਸੀਗੀ, ਯਾਨੀ ਕਿ 46 ਕਰੋੜ 28 ਲੱਖ 15 ਦਿਨਾਂ ਦੀ ਪੀਆਰਟੀਸੀ ਪਨਬਸ ਦੋਨਾਂ ਦੀ ਪਰ ਡੇ बुकिंग 15 दिन ਕਲੈਕਸ਼ਨ ਤੇ 1 ਅਕਤੂਬਰ ਤੋਂ ਬਾਅਦ 15 ਅਕਤੂਬਰ ਤੱਕ 54 ਕਰੋੜ 26 ਲੱਖ ਡੇਲੀ ਦੀ ਜਿਹੜੀ ਬੁਕਿੰਗ ਹੈ 15 ਦਿਨਾਂ ਦੀ ਬੁਕਿੰਗ। ਇਹਦੇ ਵਿੱਚ ਅਗਰ ਆਮਦਨ ਚ ਵਾਧਾ ਗੱਲ ਕਰੀਏ, ਹਾਂ 15 ਦਿਨ ਪਹਿਲਾਂ 15 ਦਿਨਾਂ ਦੀ ਦੋਵਾਂ ਸਾਡੀ ਕੰਪਨੀਆਂ ਦੀ ਬੁਕਿੰਗ ਸੀਗੀ 46.28। ਹੁਣ ਅਗਰ 1 ਅਕਤੂਬਰ ਤੋਂ 15 ਅਕਤੂਬਰ ਦੀ ਗੱਲ ਕਰੀਏ, ਜਦੋਂ ਮੈਂ ਸੰਭਾਲਿਆ ਕੰਮ ਤਾਂ 54.26, ਯਾਨੀ ਕਿ ਆਮਦਨ ਵਿੱਚ ਵਾਧਾ 7 ਕਰੋੜ 98 ਹਾਂਜੀ ਦਾ ਹੋਇਆ। ਤੇ ਵਾਧੇ ਦੀ ਦਰ ਦੀ ਜੇ ਗੱਲ ਕਰੀਏ, ਇੰਨੀ ਤਾਂ ਗਰੋਥ ਕਿਸੇ ਦੀ ਹੋਈ ਨਹੀਂ ਹੋਣੀ, 17.24% ਜਿਹੜਾ ਕਿ ਵਾਧਾ ਹੋਇਆ। ਰੋਜ਼ਾਨਾ ਆਮਦਨ ਵਿੱਚ 53 ਲੱਖ, ਮੈਂ ਕਰੈਕਟ ਕਰਨਾ ਚਾਹਣਾ, ਜਿਹੜਾ ਕੱਲ ਪਰਸੋਂ 45 ਲੱਖ ਲਿਖਿਆ ਸੀ, that is not a correct figure। 53 ਲੱਖ ਰੁਪਏ ਦਾ ਡੇਲੀ ਬੁਕਿੰਗ ਦੇ ਵਿੱਚ ਸਾਡੀਆਂ ਦੋਨਾਂ ਕੰਪਨੀਆਂ ਦੇ ਵਾਧਾ ਕੀਤਾ। ਪਰ ਅਗਰ ਇਹਨੂੰ 15 ਸਾਲ ਮਗਰ ਲੈ ਲਿਆ ਜਾਵੇ, ਅਗਰ 15 ਸਾਲ ਮਗਰ ਕਰੀਏ ਕਿ ਅਗਰ 53 ਲੱਖ ਡੇਲੀ ਬੁਕਿੰਗ ਦੇ ਵਿੱਚ ਅਗਰ 50 ਲੱਖ ਲਾਈਏ ਕਿ ਡੇਲੀ ਬੁਕਿੰਗ ਦੇ ਵਿੱਚ 50 ਲੱਖ ਰੁਪਏ ਦਾ ਵਾਧਾ ਹੋ ਗਿਆ 15 ਦਿਨਾਂ 'ਚ, ਤੇ ਅਗਰ 15 ਸਾਲ ਯਾਨੀ ਕਿ 365 ਗੁਣਾ 15 ਸਾਲ 15 ਕਰ ਲਈਏ, ਤੇ ਜੇ ਉਹ ਫਿਗਰ ਕੈਲਕੂਲੇਟ ਕਰੀਏ, ਇਟਸ ਅਰਾਊਂਡ ਅਬਾਊਟ 2700 ਤੋਂ 3000 ਕਰੋੜ ਰੁਪਇਆ ਜਿਹੜਾ ਕਿ ਮਾਫੀਏ ਤੋਂ ਲੈਣਾ ਪੈਂਦਾ ਹੈ। ਤੇ ਜਿਨ੍ਹਾਂ ਆਫੀਸ਼ੀਅਲਸ ਨੇ ਕਤਾਈ ਕੀਤੀ ਉਹਨਾਂ ਤੇ ਵੀ ਇਹ ਕਾਰਵਾਈ ਹੋਣੀ ਬਣਦੀ। ਇਹ 3000 ਕਰੋੜ ਰੁਪਇਆ, ਜਿਹਨੂੰ ਇਹ ਨਾ ਕੇਵਲ 3000 ਕਰੋੜ ਰੁਪਇਆ, ਇਹ ਕਈ ਲੰਬੀ ਵੱਡੀ ਕਹਾਣੀ। ਸੋ ਇਸ ਤੋਂ ਬਾਅਦ ਨਵੀਆਂ ਬੱਸਾਂ ਤੇ ਨਵੀਆਂ ਨੌਕਰੀਆਂ, 842 ਬੱਸਾਂ ਨਵੀਆਂ ਬੱਸਾਂ ਖਰੀਦਣ ਲਈ ਟਾਟਾ ਕੰਪਨੀ ਨੂੰ ਆਰਡਰ ਦੇ ਦਿੱਤਾ ਗਿਆ ਹੈ, ਜਿਹੜੀਆਂ ਕਿ 45 ਤੇ ਇਹਦੇ ਵਿੱਚੋਂ ਪੰਜਾਬ ਰੋਡਵੇਜ਼ ਦੀਆਂ 587 ਬੱਸਾਂ ਤੇ ਪੀਆਰਟੀਸੀ ਦੀਆਂ 255 ਬੱਸਾਂ ਸ਼ਾਮਲ ਨੇ। 45 ਦਿਨਾਂ ਦੇ ਅੰਦਰ ਅਸੀਂ ਇਹ ਜਿਹੜੀਆਂ ਬੱਸੇਸ ਹੈ, ਬਿਕੋਜ਼ ਜਦੋਂ ਮੈਂ ਆਇਆ ਉਹਨਾਂ ਨਾਲ ਗੱਲ ਕੀਤੀ, ਪਹਿਲਾਂ ਉਹ ਡਿਲੇ ਕਰ ਰਹੇ ਸੀ, ਲੇਕਿਨ ਸਾਡੀ ਉਹਨਾਂ ਨਾਲ ਗੱਲ ਹੋਈ ਕਿ 45 ਦਿਨਾਂ ਦੇ ਅੰਦਰ ਇਹ ਬੱਸਾਂ ਸਾਨੂੰ ਮਿਲ ਜਾਣਗੀਆਂ। ਸੋ ਮੈਨੂੰ ਲੱਗਦਾ ਹੈ ਬਾਈ ਦਾ ਐਂਡ ਆਫ ਦਸੰਬਰ ਅਸੀਂ ਇਹਨਾਂ ਨੂੰ ਬੋਡੀ ਲਗਾ ਕੇ ਤੇ 842 ਬੱਸਾਂ, ਉਹਦਾ ਟੈਂਡਰ ਵੀ ਫਲੋਟ ਕਰ ਦਿੱਤਾ ਗਿਆ ਹੈ, ਬੋਡੀ ਦਾ ਵੀ ਇਹ ਤਾਂ ਆਰਡਰ ਦੇ ਦਿੱਤਾ ਗਿਆ ਹੈ, ਤੇ ਬੋਡੀ ਦਾ ਜਿਹੜਾ ਸ਼ੈਲ ਉੱਤੇ ਲਾਉਣਾ ਸੀ ਉਹਦਾ ਸਾਡਾ ਟੈਂਡਰ ਹੋ ਗਿਆ ਤੇ ਕੰਪਨੀ ਨੂੰ ਦੇ ਦਿੱਤਾ ਗਿਆ ਹੈ। ਉਹ ਵੀ ਅਸੀਂ ਮਤਲਬ ਕਿ ਬਾਈ ਦਾ ਐਂਡ ਆਫ ਦਸੰਬਰ ਇਹ 800 ਦੀਆਂ 42 ਬੱਸਾਂ ਨਵੀਆਂ ਦੌੜਨਗੀਆਂ ਸੜਕਾਂ ਤੇ।
ਜਿਹੜੀ ਮੈਂ ਉਹਦੇ ਵਿੱਚ ਐਡ ਕਰਾਂਗਾ ਥੋੜਾ ਕਿ ਉਹ ਆਮਦਨ ਜਿੱਥੇ ਵਾਧਾ ਹੋਇਆ ਉੱਥੇ ਸੋ ਕਾਲ ਜਿਹੜੇ ਮਾਫੀਆ ਸੀ ਜਨਮਦਾਤਾ ਉਹਨਾਂ ਨੇ ਆਪਦਾ ਪੈਸਾ ਵੀ ਕਾਲੇ ਤੋਂ ਚਿੱਟਾ ਕੀਤਾ, ਵਾਈਟ ਮਨੀ। ਮੇਰੇ ਕੋਲ ਇਹ ਇਨਫੋਰਮੇਸ਼ਨ ਵੀ ਹੈ ਕਿ ਉਹਨਾਂ ਦੀ ਬੱਸ ਚੰਡੀਗੜ੍ਹ ਜਾਂਦੀ ਸੀ ਔਰ ਦਿੱਲੀ ਜਾਂਦੀ ਸੀ, ਦਿੱਲੀ ਤੋਂ ਵਾਪਸ ਆਉਂਦੀ ਸੀ। ਇੱਕ ਦਿਨ 'ਚ ਡਬਲ ਟ੍ਰਿਪ ਲਾ ਹੀ ਨਹੀਂ ਸਕਦੀ ਬੱਸ ਕਿ ਇੱਥੋਂ ਦਿੱਲੀ ਜਾਣਾ ਤੇ ਦਿੱਲੀ ਤੋਂ ਵਾਪਸ ਆਉਣਾ, ਇੱਕ ਟ੍ਰਿਪ ਲੱਗਦਾ ਹੈ। ਲੇਕਿਨ ਕਾਗਜ਼ਾਂ ਦੇ ਵਿੱਚ ਕੇਵਲ 9000 ਰੁਪਇਆ ਲਿਆ ਜਾਂਦਾ ਸੀ ਹਰਿਆਣਾ ਟੈਕਸ ਭਰ ਕੇ, ਤੇ ਉਹਨੂੰ ਚਲਾ ਕੇ ਦਿਖਾਇਆ ਜਾਂਦਾ ਸੀ ਕਿ ਇਹਨੇ ਡਬਲ ਟ੍ਰਿਪ ਲਾ ਲਿਆ। ਉਹ ਜਿਹੜਾ ਪੈਸਾ ਦੂਸਰੇ ਧੰਦਿਆਂ ਤੋਂ ਆਉਂਦਾ ਸੀ, ਰੇਤ ਤੋਂ, ਕੇਬਲ ਤੋਂ, ਡਰੱਗਸ ਤੋਂ, ਉਹਨਾਂ ਨੂੰ ਚਿੱਟਾ ਕਰਨ ਦੇ ਵਿੱਚ ਇਹ ਬੱਸਾਂ ਦਾ ਵੀ ਯੋਗਦਾਨ ਉਸ ਮਾਫੀਏ ਨੇ ਇਸਤੇਮਾਲ ਕੀਤਾ। ਅੱਗੇ ਜੀ ਨੌਕਰੀਆਂ ਲਈ ਭਰਤੀ ਪ੍ਰਕਿਰਿਆ। ਨਵੀਆਂ ਬੱਸਾਂ ਲਈ ਲਗਭਗ ਸਾਨੂੰ 800 ਡਰਾਈਵਰ, ਕੰਡਕਟਰ ਅਤੇ ਹੋਰ ਸਟਾਫ ਦੀ ਭਰਤੀ ਪ੍ਰਕਿਰਿਆ ਉਹ ਅਸੀਂ ਸ਼ੁਰੂ ਕਰ ਦਿੱਤੀ ਹੈ। ਐਫਡੀ ਸਾਹਿਬ ਕੋਲ ਸਾਡੀ ਪ੍ਰਪੋਜ਼ਲ ਚਲੀ ਗਈ ਹੈ। ਬੱਸਾਂ ਆਉਣ ਤੋਂ ਪਹਿਲਾਂ ਸਾਡੀ ਅਸੀਂ ਇਹਨਾਂ तमाम ਲੋਕਾਂ ਨੂੰ ਆਊਟਸੋਰਸ ਜਾਂ ਕੰਟਰੈਕਟ ਦੇ ਰਾਹੀਂ ਅਸੀਂ ਇਹਨਾਂ ਨੂੰ ਭਰਤੀ ਕਰ ਲਿਆ ਜਾਏਗਾ, ਸੋ ਦੈਟ ਸਾਡੀ ਬੱਸ ਜਦੋਂ ਆਏਗੀ ਤੇ ਉਹ ਇੱਕ ਦਿਨ ਵੀ ਖੜੀ ਨਾ ਹੋਵੇ ਬਿਨਾਂ ਡਰਾਈਵਰਸ ਤੇ ਕੰਡਕਟਰਸ ਤੋਂ। ਇਹ ਅਸੀਂ ਕੀਤਾ। ਨਵੇਂ ਬੱਸ ਸਟੈਂਡ ਤੇ ਵਰਕਸ਼ਾਪ ਬਣਾਉਣ 30 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡਸ, ਜਿਨ੍ਹਾਂ ਦੇ ਟੈਂਡਰਸ ਹੋ ਗਏ ਆ, ਕਈਆਂ ਦੇ ਟੈਂਡਰਸ ਹੋ ਗਏ ਨੇ, ਕੁਝ ਦੇ ਟੈਂਡਰਸ ਰਹਿੰਦੇ ਨੇ। ਅਸੀਂ ਤਕਰੀਬਨ 3-4 ਦਿਨਾਂ ਦੇ ਵਿੱਚ ਤਮਾਮ 52 ਨਵੇਂ ਬੱਸ ਅੱਡਿਆਂ ਤੇ 70 ਬੱਸ ਅੱਡਿਆਂ ਦਾ ਨਵੀਨੀਕਰਨ ਕਰ ਰਹੇ ਹਾਂ 15 ਤੇ। ਸੋ ਇਹਦੇ ਤੇ ਅਸੀਂ 81 ਕਰੋੜ ਰੁਪਇਆ ਲਾਉਣਾ ਹੈ। ਇਹ तमाम ਜਿਹੜੇ ਕੰਮ ਹੈ ਅਸੀਂ ਇਹਨਾਂ ਨੂੰ ਚੌਥੇ ਮੁਤਾਬਕ ਜਿਹੜਾ ਲੇਟ ਹੋਏਗਾ, ਜੇ ਕੋਈ ਲੇਟ ਹੋਏਗਾ ਉਹਨੂੰ ਅਸੀਂ ਜੁਰਮਾਨਾ ਪਾਵਾਂਗੇ 7 ਦਿਨਾਂ ਦੇ ਅੰਦਰ ਜਿਹੜਾ 7 ਡੇਜ਼ ਔਰ 15 ਡੇਜ਼ 3 ਡੇਜ਼ ਦਾ ਡਿਸਪੈਚ ਦਾ ਸਮਾਂ। ਅਸੀਂ 3 ਦਿਨਾਂ ਚ ਉਹਦਾ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਡਿਸਪੈਚ ਕਰਾਂਗੇ। ਅਗਰ 3 ਦਿਨਾਂ ਤੋਂ ਵੱਧ ਡਿਲੇ ਕਰੇਗਾ ਉਹ ਤਾਂ ਅਸੀਂ ਉਹਦੇ ਤੇ ਉਹਨੂੰ ਜੁਰਮਾਨਾ ਪਾਵਾਂਗੇ। ਤੇਰੇ ਨਾਲ ਇੱਕ ਹੋਰ ਕੀਤਾ ਕਿ ਪਹਿਲਾਂ 7 ਦਿਨ ਡਿਸਪੈਚ ਹੋਣ ਤੋਂ ਬਾਅਦ ਅਗਰ ਕਈ ਵਾਰੀ ਕੋਈ ਲਾਇਸੈਂਸ ਨਹੀਂ ਲੈਣ ਆਉਂਦਾ, ਰਜਿਸਟ੍ਰੇਸ਼ਨ ਨਹੀਂ ਲੈਣ ਆਉਂਦਾ, ਤਾਂ 7 ਦਿਨ ਉਹ ਪੋਸਟ ਆਫਿਸ ਰਹਿੰਦੀ ਸੀ ਉਹਦੀ ਕਾਪੀ ਔਰ ਲਾਇਸੈਂਸ। ਕਈ ਵਾਰੀ ਕਿਤੇ ਬੰਦਾ ਬਾਹਰ ਗਿਆ ਹੁੰਦਾ, ਲੇਕਿਨ ਹੁਣ ਅਸੀਂ ਉਹਨੂੰ ਵਧਾ ਕੇ ਸਮਾਂ 15 ਦਿਨ ਦਾ ਕਿਹਾ ਕਰਨ ਵਾਸਤੇ ਕਿ 15 ਦਿਨ ਉਹ ਪੋਸਟ ਆਫਿਸ ਰਹੇਗੀ, ਤਾਂ ਜੋ ਕੋਈ ਵਿਅਕਤੀ ਵੀ 15 ਦਿਨਾਂ ਦੇ ਅੰਦਰ ਪੋਸਟ ਆਫਿਸ ਤੋਂ ਆਪਦਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਲੈ ਸਕਦਾ ਹੈ। ਡਰਾਈਵਿੰਗ ਲਾਇਸੈਂਸ ਸਰਟੀਫਿਕੇਟਸ ਅਤੇ ਆਰਟੀਏ ਦੇ ਦਫ਼ਤਰ ਵਿੱਚ ਹੋਰ ਕਈ ਪੈਂਡੈਂਸੀ ਬਹੁਤ ਪਈ ਹੈ। ਜਦੋਂ ਅਸੀਂ ਇਹਨੂੰ ਇੱਥੇ ਸੈਂਟਰਲਾਈਜ਼ ਕੀਤਾ, ਇੱਥੇ ਸਾਡੀ ਹੁਣ ਪ੍ਰਿੰਟਿੰਗ ਹੁੰਦੀ ਹੈ ਰਜਿਸਟ੍ਰੇਸ਼ਨ ਦੀ ਤੇ ਉਹਦੀ ਕਾਪੀ ਲਾਇਸੈਂਸ ਦੀ, ਪਰ ਲੇਕਿਨ ਪੁਰਾਣਾ ਉਸ ਤੋਂ ਪਹਿਲਾਂ ਦੀਆਂ ਕਈ ਪੈਂਡੈਂਸੀ ਪਈਆਂ, ਕਈ ਸ਼ਿਕਾਇਤਾਂ ਸਾਨੂੰ ਮਿਲੀਆਂ। ਸੋ ਅਸੀਂ ਹੁਣ ਪੈਂਡੈਂਸੀ ਮੇਲਾ ਲਾ ਰਹੇ ਹਾਂ। ਸੋ ਅਸੀਂ ਸਟਾਰਟ ਕਰ ਰਹੇ ਹਾਂ ਮੁਕਤਸਰ ਸਾਹਿਬ ਤੋਂ ਇਹਦਾ ਪਾਇਲਟ। ਸੋ ਵੀ ਆਰ ਸਟਾਰਟਿੰਗ ਬਿਫੋਰ ਦੀਵਾਲੀ। ਅਸੀਂ ਸਟਾਰਟ ਕਰ ਰਹੇ ਹਾਂ ਤਾਂ ਜੋ ਕਿਸੇ ਪ੍ਰਕਾਰ ਦੀ ਕੋਈ ਇਸ ਮਹਿਕਮੇ ਦੇ ਵਿੱਚ ਪੈਂਡੈਂਸੀ ਨਹੀਂ ਰਹੇ, ਕਿਸੇ ਦੀ ਕਾਪੀ ਨੂੰ ਲੈ ਕੇ, ਕਿਸੇ ਦੇ ਲਾਇਸੈਂਸ ਨੂੰ ਲੈ ਕੇ, ਕਿਸੇ ਦੀ ਪਾਸਿੰਗ ਨੂੰ ਲੈ ਕੇ ਆਰਟੀਏ ਸਹਿਬਾਨ ਤੇ ਪੂਰਾ ਉਹਨਾਂ ਦਾ ਦਫ਼ਤਰ ਉੱਥੇ ਬੈਠੇਗਾ ਤੇ ਅਸੀਂ ਇਹਨੂੰ ਕਲੀਅਰ ਕਰਾਂਗੇ। ਐਂਡ ਪੂਰੇ ਪੰਜਾਬ ਦੇ ਵਿੱਚ ਫਿਰ ਅਸੀਂ ਜ਼ਿਲ੍ਹਾ ਲੈਵਲ ਤੇ ਅਸੀਂ ਪੈਂਡੈਂਸੀ ਮੇਲੇ ਲਾਵਾਂਗੇ ਤਾਂ ਜੋ ਜਿਹੜਾ ਪੁਰਾਣਾ ਲਾਟ ਹੈ ਜਾਂ ਪੁਰਾਣੀਆਂ ਪੈਂਡੈਂਸੀਜ਼ ਹੈ ਉਹ ਕਲੀਅਰ ਹੋ ਸਕਣ। ਹੋਰ ਕਈ ਪਹਿਲ ਕਦਮੀਆਂ ਕੀਤੀਆਂ। ਪਹਿਲਾਂ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਉੱਪਰ ਤੰਬਾਕੂ, ਪਾਨ ਮਸਾਲਾ ਆਦਿ ਦੇ ਇਸ਼ਤਿਹਾਰ ਲੱਗ ਜਾਂਦੇ ਸੀ, ਐਡਵਰਟਾਈਜ਼ਮੈਂਟ। ਸੋ ਅਸੀਂ ਉਹ ਫੈਸਲਾ ਲਿਆ, ਡੀਐਮ ਲੈਵਲ, ਸਾਡੇ ਐਮਡੀ ਲੈਵਲ ਦੇ तमाम ਲੋਕਾਂ ਨੇ ਅਸੀਂ ਆਪ ਖੁਦ ਜਾ ਕੇ ਬੱਸ ਸਟੈਂਡ ਦੀ ਜਿਹੜਾ ਸਾਫ਼ ਸੁਥਰਾ ਵਾਤਾਵਰਨ ਹੁਣ ਬਣਾਇਆ। ਇਹ ਨਹੀਂ ਹੈ ਕਿ 15 ਦਿਨ ਬਾਅਦ ਸਫਾਈ ਹੋਗੀ, ਸਫਾਈ ਰੋਜ਼ ਹੋਇਆ ਕਰੇਗੀ, ਲੇਕਿਨ ਇੱਕ ਸਫਾਈ ਦੀ ਇਸ ਤਰ੍ਹਾਂ ਮੁਹਿੰਮ ਹਰ 15 ਦਿਨਾਂ ਬਾਅਦ ਅਸੀਂ ਸੰਡੇ ਵਾਲੇ ਦਿਨ 2-3 ਘੰਟੇ ਲਾ ਕੇ ਇਹ ਕਰਿਆ ਕਰਾਂਗੇ, ਸੋ ਦੈਟ ਇਟਸ ਅ ਸਿੰਬੋਲਿਕ ਮੈਸੇਜ ਕਿ ਜਿੱਥੇ ਲੋਕਾਂ ਦੀ ਇੰਨੀ ਫੁੱਟਬਾਲ ਹੈ, ਪਬਲਿਕ ਆਉਂਦੀ ਹੈ, ਉੱਥੇ ਸਾਫ਼ ਸੁਥਰਾ ਵਾਤਾਵਰਨ ਹੋਣਾ ਚਾਹੀਦਾ। ਔਰ ਤੁਸੀਂ ਦੇਖਿਆ ਹੋਏਗਾ ਮਗਰਲੇ 15 ਦਿਨਾਂ 'ਚ ਕਾਫੀ, ਅਸੀਂ ਇਹ ਤਾਂ ਨਹੀਂ ਕਹਾਂਗੇ ਕਿ ਇਟਸ ਨਾਓ ਆਈ ਐਮ ਸੈਟੀਸਫਾਈਡ, ਲੇਕਿਨ ਉਹਦੇ ਵਿੱਚ ਹੋਰ ਸੁਧਾਰ ਕਰਾਂਗੇ। ਲੇਕਿਨ ਅਸੀਂ ਹੁਣ ਤੱਕ ਕਾਫੀ ਸਫਾਈ ਵਗੈਰਾ ਜਾਂ ਚੰਗਾ ਮਾਹੌਲ ਬਣਾਇਆ। ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਕਿ ਆਰਟੀਐਸ ਕੋਲ ਹੀ ਸੀਗੀ ਪਾਵਰ ਕਿ ਜਿਹੜੀਆਂ ਗੱਡੀਆਂ ਚੈਕਿੰਗ ਕਰਨ ਦੀ ਤੇ ਹੋਰ ਕੋਈ ਨਹੀਂ ਕਰ ਸਕਦਾ, ਜਾਂ ਸਾਡੇ ਐਸਡੀਐਮ ਵਗੈਰਾ। ਅਸੀਂ ਹੁਣ ਜੀਐਮਸ ਨੂੰ, ਟੂ ਆਲ ਜੀਐਮਸ, ਰਾਈਟ ਸ਼ਿਵਾ ਜੀ,
ਅਸੀਂ ਸਾਰੇ ਜੀਐਮਸ ਨੂੰ ਜਿਹੜੇ ਵੀ ਹੈ ਪੀਆਰਟੀਸੀ ਪਨਬਸ ਦੇ ਅਸੀਂ ਉਹਨਾਂ ਨੂੰ ਇੱਕ ਪਾਵਰ ਦਿੱਤੀ ਹੈ ਕਿ ਹੁਣ ਉਹ 500 ਮੀਟਰ ਦੇ ਏਰੀਆ 'ਚ ਬੱਸ ਅੱਡਾ ਤੇ 500 ਮੀਟਰ ਦੇ ਏਰੀਆ 'ਚ ਵਿੱਚ ਚੈਕਿੰਗ ਕਰਨਗੇ। ਕਈ ਵਾਰੀ ਬੱਸ ਸਟੈਂਡ ਦੇ ਬਾਹਰ ਬੱਸਸ ਖੜੀਆਂ ਹੁੰਦੀਆਂ ਉਹ ਅੰਦਰ ਲੈ ਕੇ ਨਹੀਂ ਜਾਂਦੇ। ਬਹੁਤ ਸੇ ਲੋਕਾਂ ਨੇ ਅੱਡ ਅੱਡੇ ਬਣਾਏ ਹੋਏ ਜਿਹੜੇ। ਸੋ ਕਿਤੇ ਵੀ ਇਰੈਗੂਲਰਿਟੀਜ਼ ਹੋ ਰਹੀਆਂ ਤਾਂ ਸਾਡੇ ਜੀਐਮਸ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਦੇ ਬਣਦੀ ਕਾਰਵਾਈ ਕਰ ਸਕਦੇ। ਪਹਿਲਾਂ ਪਾਵਰ ਇਹ ਜੀਐਮ ਸਾਹਿਬ ਕੋਲੇ ਨਹੀਂ ਸੀ, ਜੇ ਹੁਣੇ ਦਿੱਤੀ ਹੈ 500 ਮੀਟਰ ਦੇ ਦਾਇਰੇ 'ਚ, ਬੱਸ ਸਟੈਂਡ ਤੋਂ 500 ਮੀਟਰ ਦੇ ਦਾਇਰੇ 'ਚ। ਵੱਖ-ਵੱਖ ਯੂਨੀਅਨਸ ਮਿਲ ਗਿਆ ਸਾਨੂੰ। ਤੁਸੀਂ ਦੇਖਿਆ ਹੋਣਾ ਕਿ ਪੀਆਰਟੀਸੀ ਯੂਨੀਅਨ ਦੇ ਪਹਿਲਾਂ ਧਰਨੇ ਵਰਨੇ ਲੱਗੇ ਸੀ, ਸਾਰਾ ਕੁਝ। ਅਸੀਂ ਇਹ ਫੈਸਲਾ ਕਰਤਾ ਕਿ तमाम ਉਹਨਾਂ ਲੋਕਾਂ ਦੀ ਤਨਖਾਹ ਦੇ ਵਿੱਚ 30% ਵਾਧਾ ਜਿਹੜਾ ਕਿ ਇਸੇ ਮਹੀਨੇ ਤੋਂ ਅਸੀਂ ਦੇਣ ਜਾ ਰਹੇ ਹਾਂ ਤੇ 5% ਇਨਕਰੀਮੈਂਟ ਹਰ ਸਾਲ ਉਹਨਾਂ ਦੀ ਤਨਖਾਹ ਦੇ ਵਿੱਚ, ਕਿਉਂਕਿ ਉਹਨਾਂ ਤੋਂ ਬਿਨਾਂ ਸੀ ਉਹ ਅਧੂਰੇ ਆ। ਔਰ ਮੈਨੂੰ ਲੱਗਦਾ ਮਹਿੰਗਾਈ ਦੇ ਨਾਲ ਉਹਨਾਂ ਪਰਿਵਾਰਾਂ ਨੂੰ ਇਹ ਜ਼ਰੂਰਤ ਸੀਗੀ। ਸੋ ਇਹ ਬੜੀ ਪਹਿਲ ਕਦਮੀ ਹੈ। ਮੁੱਖ ਮੰਤਰੀ ਸਾਹਿਬ ਨਾਲ ਮਿਲ ਕੇ ਉਹਨਾਂ ਦੀ ਮੀਟਿੰਗ ਕਰਾ ਕੇ ਇਹ ਫੈਸਲਾ ਬਿਲਕੁਲ ਰਿਜ਼ੋਲਵ ਹੋ ਚੁੱਕਿਆ। ਤਾਂ ਹੀ ਤੁਸੀਂ ਦੇਖਿਆ ਹੋਣਾ ਕਿਸੇ ਪ੍ਰਕਾਰ ਦਾ ਕੋਈ ਧਰਨਾ ਜਿਹੜਾ ਉਹ ਨਹੀਂ ਹੈ। ਔਰ ਇਸੇ ਮਹੀਨੇ ਤੋਂ ਉਹਨਾਂ ਦੀ ਤਨਖਾਹ ਦੇ ਵਿੱਚ ਅਸੀਂ ਵਾਧੇ ਨਾਲ 30% ਤਨਖਾਹ ਉਹਨਾਂ ਦੀ ਪਾਵਾਂਗੇ ਤੇ ਹਰ ਪ੍ਰੋਸੈਸ ਆਫ ਲਾਅ ਵਿਲ ਬੀ ਐਸਟੈਬਲਿਸ਼ਡ ਇਨ ਟਰਾਂਸਪੋਰਟ ਡਿਪਾਰਟਮੈਂਟ। ਕਿਸੇ ਪ੍ਰਕਾਰ ਦੀ ਕੋਈ ਵੀ ਕੋਤਾਹੀ ਇਹਦੇ ਵਿੱਚ ਨਹੀਂ ਹੋਏਗੀ ਐਂਡ ਪੂਰਨ ਤੌਰ ਤੇ ਅਸੀਂ ਕਾਇਦੇ ਕਾਨੂੰਨ ਨੂੰ ਕਾਇਮ ਰੱਖਦੇ ਹੋਏ ਇਸ ਮਹਿਕਮੇ ਨੂੰ ਤਰੱਕੀ ਦੀਆਂ ਲੀਹਾਂ ਵੱਲ ਲੈ ਕੇ ਜਾਵਾਂਗੇ। ਔਰ ਲੋਕਾਂ ਨੂੰ ਇਹਦੇ ਰਾਹੀਂ ਬਹੁਤ ਅਸੀਂ ਬੇਰੋਜ਼ਗਾਰ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਹਾਂ। ਔਰ ਇੱਕ ਦਿਨ ਆਏਗਾ ਕਿ ਮੇਰੇ ਮਨ ਦੀ ਇੱਛਾ ਹੈ ਕਿ ਲੋਕ ਇਹ ਗੱਲ ਇਹ ਕਹਿਣ ਕਿ ਟਰਾਂਸਪੋਰਟ ਜਿਹੜਾ ਮਹਿਕਮਾ ਹੈ ਉਹਦੇ ਕਰਕੇ ਸਰਕਾਰ ਨੂੰ ਰੈਵਨਿਊ ਦਾ ਬਹੁਤ ਫਾਇਦਾ ਹੋ ਰਿਹਾ ਹੈ, ਉਹਦੇ ਕਰਕੇ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਔਰ ਦੇਸ਼ ਭਰ ਦੇ ਵਿੱਚ ਲੋਕ ਪੰਜਾਬ ਟਰਾਂਸਪੋਰਟ ਮਹਿਕਮੇ ਦੀ ਗੱਲ ਕਰਨ। ਮੇਰੇ ਮਨ ਦੀ ਇਹ ਇੱਛਾ ਹੈ ਔਰ ਪਰਮਾਤਮਾ ਔਰ ਤੁਹਾਡਾ ਸੰਯੋਗ ਅਗਰ ਮਿਲਦਾ ਰਿਹਾ ਇਹਨਾਂ ਮਾਫੀਆ ਦੇ ਖਿਲਾਫ ਲੜਾਈ ਲੜਨ ਵਾਸਤੇ ਤਾਂ ਮੈਂ ਤੁਹਾਡੇ ਨਾਲ ਇਹ ਪੂਰਨ ਵਾਅਦਾ ਕਰਦਾ ਕਿ ਇਹ ਬਿਲਕੁਲ ਅਸੀਂ ਕਰਕੇ तमाम ਮੇਰੇ ਆਫਿਸਰ ਸਹਿਬਾਨ, ਇਹ ਕੋਈ ਇਟਸ ਨਾਟ ਅ ਕਿ ਇਕੱਲੇ ਵਿਅਕਤੀ ਦਾ ਕੰਮ, ਇਟਸ ਅ ਟੀਮ ਵਰਕ। शिवा प्रसाद जी साडे एमडी साहबान तो साडे तमाम आरटीए साहबान तमाम साडे जीएम साहबान इन्हां लोगों के संयोग नाल ही मैं सब कुछ कर पाया। एंड ऑफ कोर्स इट्स अ आशीर्वाद सानू कह लो, सानू ब्लैसिंग्स कह लो चरणजीत सिंह चन्नी साहब साडे मुख मंत्री पंजाब, क्योंकि उन्होंने पहले दिन नारा दिता कि किसी प्रकार का कोई माफिया पंजाब दे विच नहीं रहेगा। उन्हां दे उनसे शब्दां ते पहरा दिंदे होए असीं इस मुहिम नूं जारी रखांगे। तुहाडा सारिआं दा बहुत बहुत धन्नवाद।